5 स्टार्ट करते हैं। इफ़ z1 इज इक्वल टू दिस, z2 इज इक्वल टू दिस, वेरीफाई दिस इज इक्वल टू दिस। ਇਹ ਫਸਟ ਕੁਐਸਚਨ ਆ 5H ਦਾ। ਜਿੰਨੀ ਵੀ ਤੁਸੀਂ ਵੇਰੀਫਿਕੇਸ਼ਨ ਦੇ ਕਾਫੀ ਪਾਰਟ ਨੇ, ਉਹ ਸਾਰੀਆਂ ਪ੍ਰੋਪਰਟੀਜ਼ ਨੇ ਮੋਡੂਲਸ ਦੀਆਂ, ਉਹ ਤੁਸੀਂ ਵੈਸੇ ਵੀ ਯਾਦ ਕਰ ਲੈਣੀਆਂ ਨੇ। ਠੀਕ ਹੈ ਜੀ। ਹੁਣ Z1 ਪਹਿਲਾਂ ਅਸੀਂ ਪਹਿਲਾਂ ਸਾਨੂੰ ਕੀ ਚਾਹੀਦਾ, ਮਾਈਨਸ ਆਫ Z1, ਮਾਈਨਸ ਆਫ Z1। ਇਜ਼ ਇਟ ਕਲੀਅਰ? ਯੈਸ। ਮਾਈਨਸ ਦਾ ਕੀ ਮਤਲਬ ਕਿ ਜੋ Z1 ਆ ਉਹਦਾ ਰੀਅਲ ਪਾਰਟ ਵੀ ਨੈਗੇਟਿਵ ਹੋ ਜਾਊਗਾ ਅਤੇ ਇਮੇਜਨਰੀ ਵੀ। ਇਹ ਹੋ ਗਿਆ। ਉਸ ਤੋਂ ਬਾਅਦ ਮੈਂ ਕੀ ਫਾਈਂਡ ਕਰਨਾ, ਮੋਡੂਲਸ। ਮੋਡੂਲਸ ਦਾ ਮਤਲਬ ਕੀ ਹੁੰਦਾ, ਆਪਣਾ ਪਹਿਲਾਂ ਡਿਸਕਸ ਹੋ ਚੁੱਕਾ। ਮੋਡੂਲਸ ਕਿਵੇਂ ਫਾਈਂਡ ਕਰੀਦਾ, ਰੀਅਲ ਪਾਰਟ ਦਾ ਸਕੇਅਰ ਪਲੱਸ ਇਮੇਜਨਰੀ ਪਾਰਟ ਦਾ ਸਕੇਅਰ। ਇਮੈਜਨਰੀ ਪਾਰਟ ਦਾ ਸਕੇਅਰ ਮਤਲਬ, ਅੱਛਾ ਮੋਡੂਲਸ ਦਾ ਮੈਨੂੰ ਯਾਦ ਨਹੀਂ, ਮੈਂ ਤੁਹਾਨੂੰ ਦੱਸਿਆ ਸੀ ਕਿ ਨਹੀਂ, ਇੱਕ ਵਾਰ ਦੁਬਾਰਾ ਦੇਖ ਲਓ। ਜੇ ਤੁਹਾਨੂੰ ਕੋਈ ਕੰਪਲੈਕਸ ਨੰਬਰ x ਪਲੱਸ ਆਈਟਾ ਵਾਈ ਦਿੱਤਾ ਹੋਇਆ, ਉਹਦਾ ਮੋਡੂਲਸ ਫਾਈਂਡ ਕਰਨਾ ਹੋ ਗਿਆ ਆਪਣਾ ਡਿਸਕਸ ਜਦੋਂ ਆਪਾਂ ਐਂਪਲੀਟਿਊਡ ਵੀ ਕੱਢਿਆ ਸੀ। ਤਾਂ ਇਹ ਕੀ ਹੁੰਦਾ, ਰੂਟ ਰੀਅਲ ਪਾਰਟ ਦਾ ਸਕੇਅਰ ਇਮੈਜਨਰੀ ਪਾਰਟ। ਇਮੈਜਨਰੀ ਪਾਰਟ ਕੀ ਹੁੰਦਾ, ਆਈਟਾ ਦੇ ਨਾਲ ਵਾਲਾ, ਦੈਟ ਇਜ਼ ਦਾ ਵਾਈ ਦਾ ਸਕੇਅਰ। ਇਹਦੇ ਵਿੱਚ ਵੀ ਕੀ ਹੈ, ਰੀਅਲ ਪਾਰਟ -5 ਦਾ ਸਕੇਅਰ, ਇਮੈਜਨਰੀ ਪਾਰਟ ਕੀ ਹੈ -7 ਦਾ ਸਕੇਅਰ। ਮਾਈਨਸ Z1 ਇਜ਼ ਇਕਲ ਟੂ ਕੀ ਆਊ ਜੂਗਾ, 25 + 49 ਦੈਟ ਇਜ਼ ਇਕਲ ਟੂ 74। ਠੀਕ ਹੈ ਜੀ। ਹੁਣ ਮੈਂ ਇਹਨੂੰ ਇੱਕ ਨੰਬਰ ਦੇ ਦਿਓ। ਹੁਣ ਮੈਂ ਆਹ ਫਾਈਂਡ ਕਰਨ ਲੱਗੀ ਹਾਂ। ਪਹਿਲਾਂ Z1 ਲਿਖ ਲਿਆ, ਇਹਦਾ ਦੂਜਾ ਪਾਰਟ, ਫਿਰ ਇਹਦਾ ਕੀ ਆ ਸਿੱਧਾ ਮੋਡੂਲਸ। ਉਹ ਕੀ ਆ ਜੂਗਾ, ਰੀਅਲ ਪਾਰਟ ਦਾ ਸਕੇਅਰ, ਇਮੈਜਨਰੀ ਪਾਰਟ ਦਾ ਸਕੇਅਰ, ਉਹ ਵੀ ਕੀ ਆ ਗਿਆ 72। ਇਹ ਕੀ ਆ ਗਿਆ, ਫਰੋਮ 1 and 2 Z1 ਬਰਾਬਰ Z2 ਮਾਈਨਸ ਆਫ ਦਿਸ। ਠੀਕ ਹੈ, ਇਹ ਯਾਦ ਵੀ ਰੱਖਣੀਆਂ ਪ੍ਰੋਪਰਟੀਜ਼। ਬਾਕੀ ਵੀ ਤੁਸੀਂ ਇੱਦਾਂ ਹੀ ਵੇਰੀਫਾਈ ਕਰ ਲਿਓ। ਬਾਕੀ ਵੀ ਇਸੇ ਸਮ ਦੀ ਬਾਕੀ ਵੀ ਆ ਸਾਰੀਆਂ ਪ੍ਰੋਪਰਟੀਜ਼ ਨੇ ਮੋਡੂਲਸ ਦੀਆਂ। ਪਹਿਲਾਂ ਪ੍ਰੋਪਰਟੀ ਯਾਦ ਕਰ ਲਓ, ਚਾਹੇ ਮੋਡੂਲਸ ਦੇ ਅੰਦਰ ਸਕੇਅਰ ਹੋਵੇ ਚਾਹੇ ਹੋਲ ਸਕੇਅਰ ਹੋਵੇ, ਦੋਨਾਂ ਦੀ ਵੈਲਿਊ ਕੀ ਆਊਗੀ, ਸੇਮ। ਇਹਨੂੰ ਤੁਸੀਂ ਵੇਰੀਫਾਈ ਕਰਨਾ ਇਸੇ ਐਗਜ਼ਾਮਪਲ ਦੇ ਅੰਡਰ। Z1 ਦੀ ਇੰਨੀ ਵੈਲਿਊ ਪੁੱਟ ਕਰ ਦੇਣੀ ਹੈ, Z2 ਦੀ ਪੁੱਟ ਕਰ ਲੈਣੀ ਹੈ। ਠੀਕ ਹੈ, Z1 ਦੀ ਵੈਲਿਊ ਪੁੱਟ ਕਰਕੇ ਉਹਦਾ ਸਕੇਅਰ ਕਰਕੇ ਬਾਅਦ ਵਿੱਚ ਮੋਡੂਲਸ ਲੈਣਾ। ਇਹ 'ਚ ਪਹਿਲਾਂ ਮੋਡੂਲਸ ਲੈ ਕੇ ਬਾਅਦ ਵਿੱਚ ਸਕੇਅਰ ਕਰਨਾ। ਆਹ ਤੁਸੀਂ ਕਰ ਲਓਗੇ। Z1 ਅਤੇ Z2 ਨੂੰ ਜੋੜ ਕੇ ਉਹਦਾ ਮੋਡੂਲਸ ਲੈ ਲਿਓ, ਫਿਰ ਅਲੱਗ-ਅਲੱਗ ਮੋਡੂਲਸ ਲੈ ਲਿਓ। ਤਾਂ ਜਿਹੜਾ ਅਲੱਗ-ਅਲੱਗ ਮੋਡੂਲਸ ਲਵਾਂਗੇ ਉਹਦੀ ਵੈਲਿਊ ਕੀ ਹੋਊਗੀ, ਵੱਡੀ। ਇਹ ਸਾਰੇ ਫੋਰਮੂਲੇ ਨੇ, ਤੁਸੀਂ ਔਰਲੀ ਵੀ ਯਾਦ ਰੱਖਣਾ, ਬਟ ਐਕਸਰਸਾਈਜ਼ ਦੇ ਵਿੱਚ ਇਹ ਫੋਰਮੂਲਿਆਂ ਦੇ ਵਿੱਚ ਤੁਹਾਨੂੰ ਐਗਜ਼ਾਮਪਲ Z1 ਅਤੇ Z2 ਦੀ ਵੈਲਿਊ ਦਿੱਤੀ ਹੋਈ ਆ, ਉਹ ਤੁਸੀਂ ਵੇਰੀਫਾਈ ਕਰਨਾ। ਸੇਮ ਜੇ ਨੈਗੇਟਿਵ ਨੰਬਰ ਆ ਜਾਵੇ ਤਾਂ ਸਾਡੀ ਇਨਕੁਐਲਿਟੀ ਕੀ ਆ, ਉਲਟ ਜਾਂਦੀ ਆ। ਜੇ ਮਲਟੀਪਲੀਕੇਸ਼ਨ 'ਚ ਹੋਵੇ ਤਾਂ ਮੋਡੂਲਸ ਅਲੱਗ-ਅਲੱਗ ਆਉਂਦਾ, ਜੇ ਡਿਵੀਜ਼ਨ 'ਚ ਹੋਵੇ ਤਾਂ ਵੀ ਮੋਡੂਲਸ ਕੀ ਆਊਗਾ, ਅਲੱਗ-ਅਲੱਗ ਆਊਗਾ। ਠੀਕ ਹੈ, ਇਹਦੇ ਵਿੱਚੋਂ 1-2 ਮੈਂ ਤੁਹਾਨੂੰ ਫੇਰ ਕਰਕੇ ਦਿਖਾ ਦਿੰਦੀ ਹਾਂ, ਬਾਕੀ ਤੁਸੀਂ ਖੁਦ ਟਰਾਈ ਕਰ ਲਓ। ਜਿਵੇਂ ਆਹ ਵਾਲੀ ਪ੍ਰੋਪਰਟੀ ਮੈਂ ਕਰ ਦਿੰਦੀ ਹਾਂ। ਪਹਿਲਾਂ ਕੀ ਫਾਈਂਡ ਕਰਨਾ, Z1 ਦਾ ਸਕੇਅਰ। Z1 ਦੀ ਵੈਲਿਊ ਕਿੰਨੀ ਹੈ, ਇੰਨੀ। ਫਿਰ ਉਹਨੇ ਕਿਹਾ Z1 ਦਾ ਸਕੇਅਰ ਮਤਲਬ 5 + 7 ਆਈਟਾ ਦਾ ਸਕੇਅਰ, ਉਹ ਕਿੰਨਾ ਆ ਜਾਊਗਾ, A ਸਕੇਅਰ ਪਲੱਸ B ਸਕੇਅਰ ਪਲੱਸ 2A ਇੰਟੂ B, ਉਹ ਕਿੰਨਾ ਆ ਜਾਊਗਾ 25 ਮਾਈਨਸ 49 10 ਤੇ 70 ਆਈਟਾ। 49 'ਚ 25 ਮਾਈਨਸ ਕਿਤੇ ਕਿੰਨਾ ਆ ਗਿਆ, -24 70 ਆਈਟਾ। ਇਹ ਕਿਹਦੀ ਵੈਲਿਊ ਆ ਗਈ, Z1 ਸਕੇਅਰ ਦੀ। ਹੁਣ ਮੈਂ ਕੀ ਫਾਈਂਡ ਕਰਨਾ, ਇਹਦਾ ਮੋਡੂਲਸ, Z1 ਸਕੇਅਰ ਦਾ ਮੋਡੂਲਸ। ਮੋਡੂਲਸ ਮਤਲਬ ਰੀਅਲ ਪਾਰਟ ਦਾ ਸਕੇਅਰ ਪਲੱਸ ਇਮੇਜਨਰੀ ਪਾਰਟ ਦਾ ਸਕੇਅਰ। ਹਾਂਜੀ, ਇਹਨੂੰ ਅਸੀਂ ਸੋਲਵ ਕਰ ਲਿਆ। ਰੀਅਲ ਪਾਰਟ ਦਾ ਸਕੇਅਰ ਕੈਲਕੂਲੇਸ਼ਨ ਕਰਕੇ ਉਹਦਾ ਰੂਟ ਕਿੰਨਾ ਆ ਗਿਆ, 74। ਹੁਣ ਮੈਂ ਦੂਸਰਾ ਪਾਰਟ ਫਾਈਂਡ ਕਰਨ ਲੱਗੀ ਹਾਂ। ਇਹਦਾ ਸੈਕਿੰਡ ਪਾਰਟ ਕੀ ਆ, ਯਾਨੀ ਕਿ ਇਹ ਮੇਰੀ ਲੈਫਟ ਹੈਂਡ ਸਾਈਡ ਮੇਰੀ ਹੋ ਚੁੱਕੀ ਹੈ, ਰਾਈਟ ਹੈਂਡ ਸਾਈਡ। ਰਾਈਟ ਹੈਂਡ ਸਾਈਡ 'ਚ ਕੀ ਹੈ, ਪਹਿਲਾਂ Z1 ਕਿੰਨਾ ਲੈ ਲਿਆ, Y, ਅਤੇ ਇਹਦਾ ਅਸੀਂ ਪਹਿਲਾਂ Z1 ਲਿੱਤਾ। ਹੁਣ ਮੋਡੂਲਸ ਲੈ ਲਓ। ਮੋਡੂਲਸ 'ਚ ਕੀ ਆਊਗਾ, ਮੋਡੂਲਸ ਤੋਂ ਬਾਅਦ ਜਿਹੜਾ ਆਨਸਰ ਆਊਗਾ ਤੁਹਾਡਾ
ਉਹ ਕਿੰਨਾ ਆਊਗਾ √74। ਫਿਰ ਮੋਡੂਲਸ ਦਾ ਸਕੇਅਰ ਉਹ ਕਿੰਨਾ ਆ ਜੂਗਾ, ਇੱਧਰ ਵੀ ਸਕੇਅਰ ਕਰਾਂਗੇ 74। ਠੀਕ ਹੈ ਜੀ। ਫਿਰ ਪਤਾ ਲੱਗ ਜੂ ਲੈਫਟ ਹੈਂਡ ਸਾਈਡ ਇਜ਼ ਇਕੁਅਲ ਟੂ ਰਾਈਟ ਹੈਂਡ ਸਾਈਡ, ਯਾਨੀ ਕਿ Z1 ਦਾ ਸਕੇਅਰ। ਇਹ ਤੁਸੀਂ ਪ੍ਰੋਪਰਟੀ ਯਾਦ ਵੀ ਕਰਨੀ ਹੈ।